Good evening. This is Shama from Sanjiva's Radio and ਹਾਜ਼ਰ ਹਾਂ ਇੱਕ ਸਪੈਸ਼ਲ ਸੈਗਮੈਂਟ ਲੈ ਕੇ ਜਿਹਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਅਸੀਂ ਰਿਸ਼ੀ ਪ੍ਰਭਾਕਰ ਜੀ ਜੋ ਕਿ ਲੋਕਲ ਕਮਿਊਨਿਟੀ ਦੇ ਲੀਡਰ ਨੇ ਇੰਡੀਅਨ ਕਮਿਊਨਿਟੀ ਲੀਡਰ ਐਂਡ ਨਾਲ ਹੀ ਸਾਡੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਸੈਂਥਲ ਸੁੰਦਰਮ ਜਿਹੜੇ ਕਿ ਫਾਊਂਡਰ ਆਫ ਵਿਨ ਬੱਸ ਕੀ ਆ ਇਹ ਆਪਾਂ ਉਹਨਾਂ ਕੋਲੋਂ ਹੀ ਜਾਣਾਂਗੇ। ਇੱਕ ਨਵੀਂ ਸਰਵਿਸ ਹੈ ਇੰਡੀਅਨ ਕਮਿਊਨਿਟੀ ਦੇ ਵਿੱਚ ਤੇ ਰਿਸ਼ੀ ਪ੍ਰਭਾਕਰ ਜੀ ਕੋਲੋਂ ਐਂਡ ਸੈਂਥਲ ਸੁੰਦਰ ਤੋਂ ਆਪਾਂ ਇਹਦੇ ਬਾਰੇ ਜਾਣਕਾਰੀ ਲਵਾਂਗੇ। ਤੁਸੀਂ ਇਸ ਟਾਈਮ ਅਸੀਂ ਫੇਸਬੁੱਕ ਦੇ ਉੱਪਰ ਲਾਈਵ ਆ, ਕੋਈ ਵੀ ਤੁਹਾਡਾ ਸਵਾਲ ਹੋਵੇ ਇਹਦੇ ਰਿਗਾਰਡਿੰਗ ਤੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਵਾਇਆ ਕਮੈਂਟਸ ਤੇ ਅਸੀਂ ਕੋਈ ਵੀ ਇਹਦੇ ਰਿਲੇਟਡ ਸਵਾਲ ਹੋਵੇ ਤੇ ਆਪਾਂ ਫਿਰ ਰਿਸ਼ੀ ਪ੍ਰਭਾਕਰ ਜੀ ਕੋਲੋਂ ਤੇ ਸੈਂਥਲ ਸੁੰਦਰ ਕੋਲੋਂ ਜਵਾਬ ਲੈ ਕੇ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਰਿਸ਼ੀ ਜੀ ਨੂੰ ਵੈਲਕਮ ਕਰਦੇ ਹਾਂ। ਰਿਸ਼ੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝੀਵਾਜ਼ ਰੇਡੀਓ ਤੇ। ਥੈਂਕ ਯੂ ਵੈਰੀ ਮਚ ਸ਼ਮਾ ਜੀ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਨਮਸਤੇ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਐਂਡ ਸੈਂਥਲ ਸੁੰਦਰਮ, ਸੈਂਥਲ ਵੈਲਕਮ ਟੂ ਸਾਂਝੀਵਾਜ਼ ਰੇਡੀਓ। Hi, Senthil here. Thanks for the opportunity, Sanji Radio. So glad to meet all the people to discuss about WinBus. Thank you. So we've got Rishi Prabhakar ji, Indian community leader, and Senthil Sundaram, founder of WinBus. So Rishi ji, ਸਭ ਤੋਂ ਪਹਿਲਾਂ ਤਾਂ ਮੈਂ ਪੁੱਛਾਂਗੀ ਕਿ ਕੀ ਹਾਲ ਨੇ ਤੁਹਾਡੇ ਸਾਂਝੀਵਾਜ਼ ਰੇਡੀਓ ਤੋਂ? ਅੱਜ ਠੰਡ ਬਹੁਤ ਹੈ ਮੇਰੇ ਵਿੱਚ। ਜੀ ਬਿਲਕੁਲ, ਥੈਂਕ ਯੂ ਵੈਰੀ ਮਚ। ਹਾਲ ਠੀਕ ਨੇ ਤੇ ਮੈਂ ਦੁਆ ਕਰ ਰਿਹਾ ਕਿ ਸਾਰੇ ਆਪਣੀ ਆਪਣੀ ਸਿਹਤ ਦਾ ਧਿਆਨ ਰੱਖਣ। ਕਰੋਨਾ ਵਾਇਰਸ ਦਾ ਕਹਿਰ ਵੀ ਪੈ ਰਿਹਾ ਇਸ ਵਕਤ ਤੇ ਸਭ ਨੂੰ ਨਾਲ ਘਰ ਚ ਬਹਿਣ ਦੀ ਜ਼ਰੂਰਤ ਹੈ ਤੇ ਘੱਟੋ ਘੱਟ ਬਾਹਰ ਜਾਣ, ਜੇ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣ, ਮੈਂ ਤਾਂ ਹੀ ਸੁਜੈਸਟ ਕਰੂੰ। ਯੈਸ, ਬਿਲਕੁਲ ਬਿਲਕੁਲ। ਐਂਡ WinBus ਸਰਵਿਸ ਇਨ ਲੋਕਲ ਕਮਿਊਨਿਟੀ, ਸਭ ਤੋਂ ਪਹਿਲਾਂ ਜੀ ਉਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦੇਵੋ ਕਿ ਵਾਟ ਇਜ਼ ਦੈਟ, ਕਿਉਂਕਿ ਮੈਨੂੰ ਵੀ ਹਾਲੇ ਤੱਕ ਪਤਾ ਨਹੀਂ ਸੀ, ਜਿੰਨੀ ਦੇਰ ਤੱਕ ਮੈਂ ਤੁਹਾਡੇ ਕੋਲੋਂ ਸੁਣਿਆ ਨਹੀਂ, ਤੇ ਜ਼ਰੂਰ ਸਾਡੇ ਨਾਲ ਤੁਸੀਂ ਇਨਫੋਰਮੇਸ਼ਨ ਸਾਂਝੀ ਕਰੋ। ਜੀ, WinBus ਜੀ ਇੱਕ ਨੋਟ ਫॉर ਪ੍ਰੋਫਿਟ ਕਮਿਊਨਿਟੀ ਇਨੀਸ਼ੀਏਟਿਵ ਹੈ ਜੀ, ਜਿਹਦਾ ਸਭ ਤੋਂ ਪਹਿਲਾ ਟ੍ਰਾਇਲ ਲਾਸਟ ਈਅਰ ਅਗਸਤ ਤੋਂ ਲੈ ਕੇ ਅਕਤੂਬਰ ਤੱਕ ਪੁਆਇੰਟ ਕੁਕ ਵਿੱਚ ਕੀਤਾ ਗਿਆ 6 ਹਫ਼ਤਿਆਂ ਲਈ ਜੀ, ਤੇ ਉਹ ਟ੍ਰਾਇਲ ਕਾਫੀ ਸਕਸੈਸਫੁਲ ਰਿਹਾ। ਦਾ ਪਰਪਸ ਹੈਗਾ WinBus ਦਾ, ਜਿੱਥੇ ਜਿੱਥੇ PTV ਪਬਲਿਕ ਟਰਾਂਸਪੋਰਟ ਵਿਕਟੋਰੀਆ ਦੇ ਸਰਵਿਸਿਜ਼ ਨਹੀਂ ਜਾ ਸਕਦੀਆਂ, ਚਾਹੇ ਫੰਡਸ ਦੀ ਕਮੀ ਹੈ ਚਾਹੇ ਕੋਈ ਇਸ਼ੂ ਹੈ, ਉੱਥੇ ਅਸੀਂ ਕਿਵੇਂ ਗੈਪ ਫਿਲ ਕਰੀਏ ਜਿਹਦੇ ਨਾਲ ਉੱਥੇ ਦੇ ਜਿਹੜੇ ਆਊਟਰ ਸਬਰਬਸ ਦੇ ਲੋਕ ਨੇ ਉਹਨਾਂ ਨੂੰ ਵੀ ਪਬਲਿਕ ਟਰਾਂਸਪੋਰਟ ਦੀ ਸਹੂਲੀਅਤ ਮਿਲ ਸਕੇ। ਤੇ ਪਹਿਲਾ ਇਨੀਸ਼ੀਏਟਿਵ ਬੜਾ ਸਕਸੈਸਫੁਲ ਰਿਹਾ। ਉਹਦੇ ਤੋਂ ਜੋ ਡਾਟਾ ਅਸੀਂ ਕਲੈਕਟ ਕੀਤਾ, ਜਾਂ ਸੈਂਥਿਲ ਜਿਹੜੇ ਕਿ WinBus ਦੇ ਫਾਊਂਡਰ ਨੇ, ਇਹਨਾਂ ਨਾਲ ਮਿਲ ਕੇ ਹੀ ਅਸੀਂ ਕੰਮ ਕੀਤੇ ਸੀ ਸਾਰੇ, ਤੇ ਉਹ ਡਾਟਾ ਅਸੀਂ ਸਕਸੈਸਫੁਲ ਰਹੇ PTV ਨੂੰ ਅੱਗੇ ਦੇਣ ਲਈ, ਜਿਹਦੀ ਵਜ੍ਹਾ ਨਾਲ ਹੁਣ PTV ਕੰਸੀਡਰ ਕਰੇਗੀ ਵੈਦਰ ਉੱਥੇ ਹੋਰ ਬੱਸਿਸ ਚਲਾਈਆਂ ਜਾਣ ਕਿ ਨਾ ਚਲਾਈਆਂ ਜਾਣ। ਓਕੇ, ਰਾਈਟ। ਸੋ ਇਹ ਜਿਹੜੀ ਸਰਵਿਸ ਹੈ ਇਹ ਸਾਰੀ ਕਮਿਊਨਿਟੀ ਵਾਸਤੇ ਹੈ ਜਾਂ ਜਸਟ ਮਤਲਬ ਕਿ ਇੰਡੀਅਨ ਕਮਿਊਨਿਟੀ ਵਾਸਤੇ ਹੈ? ਇਹ ਸਾਰਿਆਂ ਵਾਸਤੇ ਹੈ ਜੀ, ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੈ, ਜਿਹੜਾ ਵੀ ਰਹਿੰਦਾ ਹੈ ਉਹ ਸਰਵਿਸ ਨੂੰ यूज कर सकता है। All right, okay. So Senthil, you're the founder of WinBus, तो आप हमें बताएं इसके बारे में कि कैसे आपको इस सर्विस के बारे में आपने कैसे सोचा और फिर ऋषि प्रभाकर जी से आपने कैसे लिंक करके तो ये सर्विस जो है शुरू की? So पहले like I am part of this group called Point Cook Action Group. So we actually work for initiatives within Point Cook and advocate for issues. Right. So हम सारी problems को एक petition देके try कर रहे थे इतना दिन, like बहुत साल petition दे रहे हैं, but we could not get additional buses. तो what हमने क्या सोचा कि okay, क्या problem है कि PTV को भी problem है कि they don't have data, business case चाहिए उनको। Okay. कितना डिमांड है, कितना लोग आएंगे, क्या रूट है, वो सब डिटरमिन करने के लिए उनको डेटा चाहिए, लाइव डेटा चाहिए। अच्छा। हमने क्या सोचा कि ओके PTV को एक चैलेंज है, तो हम उसको चैलेंज को सॉल्यूशन में डाल देंगे और हमने ये WinBus का आइडिया निकाला। So first we submitted this idea as part of the government hackathon in 2018 and we got the first prize। hackathon में सारे इनोवेटिव आइडियाज को पेश कर सकते हैं और
वो बेस्ट आइडियाज को अवार्ड मिलती है। तो हमको आइडिया अवार्ड मिला एंड देन वी सबमिटेड दिस आइडिया टू Pick My project. There was a Victorian government initiative called Pick My project 2018 where people can submit any ideas and वो ideas public के लिए vote करेंगे और whichever project gets maximum vote they get the funding from the government. Right. तो हमारा project we got 6th highest vote in the entire Western Metropolitan Melbourne, and we got the funding of $31,500 from the Victorian State Government. Oh, that's great. So basically हमारा idea है कि we are trying to do it as a social enterprise. क्या ना, like there is two aspects. One is actual issue is public transport नहीं है सारा new growth areas में, like new estates आ रहे हैं west में, north में, east में, पर public transport नहीं है. But at the same time, a lot of migrants are there who are stuck at home. Like parents are there. Oh. India से parents are there. So the children, they go to work. The parents are stuck at home. Right. They are not able to go out because they don't feel it is safe to walk like 1 kilometer and take a bus and meet their parents. So and घर में wives होते हैं, like they don't get a license immediately. They take 5 years to get a license. So they are also stuck at home. एक normal library जाने के लिए they can't move out. They are all stuck at home. So हमने क्या सोचा कि peak hours में ये mini buses को चलेंगे. We'll run mini buses in these new areas where we don't have buses. And off peak में those buses will be idle anyway. So those buses we will actually use it for door-to-door services for disadvantaged and disabled. Wow. ऐसा migrants, elderly people, disabled people को उनको door-to-door shuttles करेंगे. Okay. So that is the model. So morning में करेंगे वो PTV का funding में होगा and वो profit में और excess capacity होगा उसको off peak service में support करेंगे. So that is what we are our model is called a social enterprise model. क्योंकि it is not a charity. We want commercially sustainable. At the same time, we want to use the profits to use it for a social impact purpose. So that is our whole business model. ਰਿਸ਼ੀ ਜੀ ਕਿੰਨੀ ਦੇਰ ਤੁਸੀਂ ਇਹਨੂੰ ਜਿਹੜਾ ਟ੍ਰਾਇਲ ਪੀਰੀਅਡ ਹੈ ਉਹ ਮੈਂ ਇੱਕ ਵਾਰੀ ਉਹਦੇ ਬਾਰੇ ਫੇਰ ਦੱਸੋ ਕਿ ਕਿੰਨਾ ਚਿਰ ਤੁਸੀਂ ਇਹਦਾ ਟ੍ਰਾਇਲ ਕੀਤਾ ਜੀ? ਪੁਆਇੰਟ ਆਫ ਦੀ ਸਕਸੈਸ ਤੋਂ ਬਾਅਦ ਅਸੀਂ ਇਹਨੂੰ ਟਾਰਨੇਟਸ ਵੀ ਸ਼ੁਰੂ ਕਰਨਾ ਚਾਹੁੰਦੇ ਸੀ, ਪਰ ਕਿਉਂਕਿ ਕਰੋਨਾ ਵਾਇਰਸ ਹੋ ਗਿਆ ਇਸ ਕਰਕੇ ਕੁਝ ਰਿਸਟ੍ਰਿਕਸ਼ਨਸ ਹੋਈਆਂ, ਕਿਉਂਕਿ ਕਈ ਜਿਹੜੇ ਰੈਜ਼ੀਡੈਂਟਸ ਹੈਗੇ ਖਾਸ ਕਰ ਰਿਵਰਡੇਲ ਐਸਟੇਟ ਜਿੱਥੇ ਹੁਣ ਵੱਡਾ ਸ਼ਾਪਿੰਗ ਸੈਂਟਰ ਵੀ ਬਣ ਗਿਆ, ਆਬਾਦੀ ਵੀ ਕਾਫੀ ਆ ਗਈ ਹੈ, ਉਹਨਾਂ ਦੇ ਰੈਜ਼ੀਡੈਂਟਸ ਨੇ ਮੈਨੂੰ ਦੱਸਿਆ ਕਿ ਉਹਨਾਂ ਦਾ ਇਸ਼ੂ ਹੈ ਕਿ ਬੱਸ ਸਟਾਪ ਉਹਨਾਂ ਦੇ ਘਰ ਤੋਂ ਘੱਟੋ ਘੱਟ 1 ਤੋਂ 1.5 ਕਿਲੋਮੀਟਰ ਵਾਕ ਤੇ ਹੈ, ਹਾਰਟਲੈਂਡ ਐਸਟੇਟ ਵਿੱਚ ਪੈਂਦਾ ਹੈ ਤੇ ਉਹਨਾਂ ਨੂੰ ਪੈਦਲ ਚੱਲਣਾ ਪੈਂਦਾ ਹੈ। ਤੇ ਫਿਰ ਉਹਦੇ ਸੋਲੂਸ਼ਨ ਲਈ ਮੈਂ ਫਿਰ ਬਿਨਬਸ ਨਾਲ ਸੈਂਥਿਲ ਨਾਲ ਗੱਲਬਾਤ ਕੀਤੀ ਤੇ ਅਸੀਂ ਫਿਰ ਕਿਉਂਕਿ ਜਿਵੇਂ ਸੈਂਥਿਲ ਨੇ ਦੱਸਿਆ ਕਿ ਇਹ ਸਸਟੇਨੇਬਲ ਮਾਡਲ ਇੰਨਾ ਨਹੀਂ ਹੈ ਕਮਰਸ਼ੀਅਲੀ, ਵੀ ਨੀਡ ਸਪੋਰਟ, ਫਾਈਨੈਂਸ਼ੀਅਲ ਸਪੋਰਟ ਜੀ। ਤੇ ਸਾਡੇ ਕੋਲ ਬੜੇ ਅੱਛੇ ਹੁਣ ਸਪਾਂਸਰਸ ਵੀ ਜੁੜੇ ਆ ਜਿਵੇਂ ਨਾਮਚੇ ਗਰੁੱਪ ਜਿਨ੍ਹਾਂ ਨੇ ਇਹ ਟ੍ਰਾਇਲ ਪੀਰੀਅਡ ਦਾ ਕੋਸਟ ਬੀਅਰ ਕੀਤਾ ਤੇ ਹਾਲੇ ਇਨੀਸ਼ੀਅਲੀ ਇਹ ਸਟਾਰਟ ਹੋਏਗਾ ਜਿਵੇਂ ਕਰੋਨਾ ਵਾਇਰਸ ਦਾ ਲੋਕਡਾਊਨ ਖਤਮ ਹੋਏਗਾ ਅਸੀਂ ਰਿਵਰਡੇਲ ਐਸਟੇਟ ਤੋਂ ਕਰਾਂਗੇ ਸ਼ੁਰੂ 4 ਹਫ਼ਤਿਆਂ ਲਈ ਪਹਿਲਾਂ, ਠੀਕ। ਪਰ ਇਹਦਾ ਪਲਾਨ ਹੋਰ ਵੀ ਐਸਟੇਟ ਸੇ ਜਾ ਕੇ ਇਹਨੂੰ ਵਧਾਉਣ ਲਈ ਹੈ ਤੇ ਸਾਨੂੰ ਹੋਰ ਵੀ ਅੱਛੇ ਸਪਾਂਸਰ ਦੀ ਲੋੜ ਹੈ। ਕਈ ਲੋਕ ਸਾਨੂੰ ਕੰਟੈਕਟ ਵੀ ਕਰ ਰਹੇ ਹੈ। ਪਰਪਸ ਹੈ ਕਿ ਜਿੱਥੇ ਹਾਲੇ ਪੀਟੀਵੀ ਨਹੀਂ ਆ ਸਕਦੀ, ਜੋ ਵੀ ਮਜਬੂਰੀਆਂ ਸਰਕਾਰ ਦੀਆਂ, ਸਾਨੂੰ ਇੱਕ ਸੋਲੂਸ਼ਨ ਪ੍ਰੋਵਾਈਡ ਕਰਨਾ ਉਹਨਾਂ ਪ੍ਰੋਬਲਮਸ ਨੂੰ, ਨਾ ਕਿ ਅਸੀਂ ਪ੍ਰੋਬਲਮ ਨੂੰ ਸ਼ੋਰ ਮਚਾਉਣਾ ਹੈ। ਤੇ ਅਸੀਂ ਆਪਣੇ ਲੋਕਾਂ ਲਈ ਕੁਝ ਕਰਨਾ ਹੈ। ਇਹ ਸਾਰੇ ਰੈਜ਼ੀਡੈਂਟਸ ਨੂੰ ਕਾਫੀ ਸਹਿਯੋਗ ਦੇਗਾ ਇਹ ਵਾਲਾ ਜਿਹੜਾ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਤੇ ਇਹ 4 ਹਫ਼ਤਿਆਂ ਦਾ ਪਹਿਲਾ ਟ੍ਰਾਇਲ ਹੈ। ਜਿਵੇਂ ਲੋਕਡਾਊਨ ਖਤਮ ਹੋਏਗਾ ਟ੍ਰਾਇਲ ਸ਼ੁਰੂ ਹੋ ਜਾਏਗਾ। ਤੇ ਕਿੰਨੀਆਂ ਬੱਸਿਸ ਦੇ ਨਾਲ ਤੁਸੀਂ ਸ਼ੁਰੂ ਕਰਨਾ? ਹਾਲੇ ਇੱਕ ਨਾਲ ਕਰ ਰਹੇ ਹਾਂ। ਇੱਕ ਨਾਲ ਕਰਨਾ, ਓਕੇ। ਰਿਸਪੌਂਸ ਕਿਵੇਂ ਆਉਂਦਾ ਹੈ ਤੇ ਅਸੀਂ ਕੁਝ ਦਿਨ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਸੀ, ਉਹਦੇ 'ਚ ਇੱਕ ਸਰਵੇ ਦਾ ਲਿੰਕ ਵੀ ਭੇਜਿਆ ਹੋਇਆ ਹੈ
ਰਾਈਟ ਉਹ ਸਰਵੇ ਵਿੱਚ ਟਾਰਗੇਟ ਦੀਆਂ ਸਾਰੀਆਂ ਆਊਟਰ ਸਬਰਬਸ ਹੈਗੀਆਂ। ਠੀਕ ਜੇ ਕੋਈ ਲੋਕਲ ਰੈਜ਼ੀਡੈਂਟ ਚਾਹੁੰਦੇ ਹੈ ਕਿ ਇਹ ਸਰਵਿਸ ਉਹਨਾਂ ਦੇ ਘਰ ਤੱਕ ਵੀ ਆਏ, ਉਹਨਾਂ ਨੂੰ ਉਹ ਸਰਵੇ ਕੰਪਲੀਟ ਕਰਕੇ ਦੇਣਾ ਪਏਗਾ, ਕਿਉਂਕਿ ਜੇ ਉਹ ਕੁਝ ਇੱਕ ਸਟੈਪ ਲੈਣਗੇ ਤਾਂ ਹੀ ਅਸੀਂ ਅੱਗੇ ਰਿਕੁਐਸਟ ਕਰਕੇ ਉਹਨਾਂ ਦੀ ਸੇਵਾ ਲਈ ਆ ਸਕਦੇ ਹਾਂ ਅੱਗੇ। ਤੇ ਕੁਝ ਜ਼ਿੰਮੇਵਾਰੀ ਹੁਣ ਲੋਕਾਂ ਦੀ ਹੈ, ਰੈਜ਼ੀਡੈਂਟਸ ਦੀ ਹੈ ਕਿ ਉਹ ਸਰਵੇ ਕੰਪਲੀਟ ਕਰਨ, ਦੱਸਣ ਉਹ ਕਿਹੜੀ ਸਟੇਟ 'ਚ ਰਹਿੰਦੇ ਹੈ ਤੇ ਕੀ ਉਹਨਾਂ ਦੀ ਨੀਡ ਹੈ, ਤਾਂ ਕਿ ਅਸੀਂ ਉਸ ਹਿਸਾਬ ਨਾਲ ਆਪਣੇ ਰਿਸੋਰਸਿਸ ਵਧਾ ਸਕੀਏ। ਰਾਈਟ। ਤੇ ਸਰਵੇ ਵਾਸਤੇ ਇੱਕ ਵਾਰੀ ਫਿਰ ਦੱਸ ਦਿਓ ਕਿ ਕਿੱਥੇ ਜਾ ਕੇ ਉਹਨਾਂ ਨੇ ਜਿਹੜਾ ਉਹ ਸਰਵੇ ਦਾ ਸਾਈਨ ਕਰਨਾ, ਪਟੀਸ਼ਨ ਸਾਈਨ ਕਰਨੀ ਹੈ, ਤਾਂ ਕਿ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਪਹੁੰਚ ਸਕੇ। ਕਿ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਸਰਵੇ? ਵਿਨਬਸ ਦੀ ਵੈਬਸਾਈਟ ਤੇ ਵੀ ਸਰਵੇ ਅਵੇਲੇਬਲ ਹੈ ਜੀ। ਤੇ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰੂੰਗਾ, ਤੇ ਇੱਕ ਮੈਂ ਸ਼ੇਅਰ ਵੀ ਲਿੰਕ ਕੀਤਾ ਸੀਗਾ ਜਿਹਦੇ ਤੇ ਸਰਵੇ ਮੈਂਸ਼ਨ ਹੈ, ਉਹਦੇ 'ਚ ਸਾਰੀਆਂ ਸਬਬਸ ਇਨਕਲੂਡਿਡ ਹੈ। ਸਭ ਨੂੰ ਉਹ ਸਰਵੇ ਭਰਨ ਦੀ ਲੋੜ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਸਰਵਿਸਿਜ਼ ਜਿੱਥੇ ਲੋੜ ਹੈ ਉੱਥੇ ਪਹੁੰਚਾ ਸਕੀਏ। ਜੀ ਹਾਂਜੀ। ਤੇ ਉਹ ਜਿਹੜਾ ਸਰਵੇ ਦਾ ਲਿੰਕ ਆ ਉਹ ਤੁਹਾਡੇ ਫੇਸਬੁੱਕ ਪੇਜ ਤੇ ਹੈ? ਮੇਰੇ ਫੇਸਬੁੱਕ ਪੇਜ ਤੇ ਵੀ ਹੈ ਐਂਡ ਬਸ ਤੇ ਵੀ। Yes, Santha? Yeah, I'm just pasting the Facebook page link so that everybody can use it. Or okay, you can send it to me on WhatsApp or in the Messenger, and I can share it with the people. So ਇਹਦੇ ਵਾਸਤੇ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਸਪਾਂਸਰਸ ਦੀ ਵੀ ਜ਼ਰੂਰਤ ਆ, ਤਾਂ ਜੋ ਇਹਨੂੰ ਬਿਲਕੁਲ ਇੱਕ ਕਾਮਯਾਬ ਮਾਡਲ ਦਿਖਾਇਆ ਜਾਵੇ ਤੇ ਸਰਕਾਰ ਇਹਦੇ ਉੱਤੇ ਅਸਰ ਕਰੇ ਤੇ ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਅਵੇਲੇਬਲ ਕਰਵਾਈ ਜਾਵੇ। ਮੇਨ ਮੋਟਿਵ ਇਹ ਆ। ਮੇਨ ਮੋਟਿਵ ਹੈ ਪਲੱਸ ਜਿਹੜੇ ਵੀ ਬਿਜ਼ਨਸ ਹੈਗੇ ਆ, ਵਿੰਡਮ ਗਰੋਇੰਗ ਸਬਬ ਹੈ, ਇੱਥੇ ਹਰ ਕਾਰਪੋਰੇਟ ਦੀ ਵੀ ਆਪਣੀ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਵੀ ਹੈ ਜੀ। ਬੜੇ ਕਾਰਪੋਰੇਟ ਜਿਹੜੇ ਹੈਗੇ ਵੱਡੇ ਉਹ ਚਾਹੁੰਦੇ ਕਿ ਕਮਿਊਨਿਟੀ ਨੂੰ ਕਿਵੇਂ ਉਹ ਕੁਝ ਵਾਪਸ ਦੇ ਸਕਣ ਜੀ। ਠੀਕ ਹੈ, ਤੇ ਇਹ ਉਹਨਾਂ ਲਈ ਵੀ ਇੱਕ ਪਲੱਸ ਪੁਆਇੰਟ ਹੈ ਕਿ ਉਹ ਆਪਣੀ ਗੁੱਡਵਿਲ ਹੋਰ ਵਧਾ ਸਕਦੇ ਹੈ ਐਵੇਂ ਦੇ ਪ੍ਰੋਜੈਕਟਸ ਸਪੋਰਟ ਕਰਕੇ, ਕਿਉਂਕਿ ਇਹ ਪਿਓਰਲੀ ਕਮਿਊਨਿਟੀ ਬੇਸਡ ਹੈਗੇ ਹੈ, ਜਿਹੜੇ ਕਿ ਰੈਜ਼ੀਡੈਂਟ ਉਹਨਾਂ ਨੂੰ ਇੱਕ ਵੀ ਪੈਸਾ ਜੇਬ ਚੋਂ ਨਹੀਂ ਖਰਚ ਕਰਨਾ ਪਏਗਾ। ਇਹ ਸਾਰੀ ਸਰਵਿਸ ਉਹਨਾਂ ਦੇ ਸਪੋਰਟ ਦੇ ਨਾਲ ਹੀ ਚੱਲ ਰਹੀ ਹੈ ਤੇ ਚੱਲੇਗੀ। ਰਾਈਟ। ਹਾਂਜੀ। ਸੋ ਇਟਸ ਰਨ ਬਾਈ ਅ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤੇ ਬਟ ਇਟਸ ਨਾਟ ਅ ਚੈਰਿਟੀ, ਹੈ ਨਾ। ਇਹ ਅਸੀਂ ਜਿਹੜਾ ਮੈਸੇਜ ਆ ਉਹ ਕਮਿਊਨਿਟੀ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਤੇ ਇੱਕ ਤੁਸੀਂ ਹੋਰ ਪ੍ਰੋਜੈਕਟ ਤੇ ਵੀ ਕੰਮ ਕਰ ਰਹੇ ਹੋ, ਲੋਕਲ ਬਾਏ। Yeah, buy local. Yeah. Sorry, buy local. Hanji. Yes. If you can, Senthil, tell us about that as well. Yeah. So basically, as Rishiji was telling, like we had issues with running the surveys in March after the COVID lockdown. So what we got requests from a lot of community organizations to support delivery of free food using our buses. तो हमारा ट्रायल तो खत्म हो चुकी थी। तो what we realized was we don't have a dedicated solution to support this kind of charity thing, and basically what we needed was Uber Eats जैसा solution चाहिए हमारा। तो क्या, like a lot of people are ready to support, they are ready to prepare food, they are ready to make food and supply groceries, etc. But there is no solution to actually deliver to the needy people, like उनको schedule करके properly track करके deliver करने का solution नहीं है। So at the same time, the restaurants were all forced to go online because restaurants they could not have in-house guests. So they were supposed to do takeaway orders and delivery orders. So सारे के सारे restaurants, they were forced to go into Uber Eats or something like that. And Uber Eats and other applications like that, they charge up to 35% of the full order price. So हमने क्या सोचा कि this is atrocious, क्योंकि काम करने वाले लोकल लोग हैं, डिलीवरी करने वाले लोकल लोग हैं, पर वो 35% कमीशन कहाँ जाता है? It goes overseas, क्योंकि उनके पास एक ऐप है, सिर्फ एक ऐप देके 35% कमीशन देते हैं। हमारा इतना कठिन स्थिति पे, दिस इज अट्रोशियस।
So what we said was, okay, क्यों हम अपना ऐप नहीं बना, and we'll give it free for all the merchants and businesses. So that is the idea of buy local. So buy local is exactly is sort of a replica of Uber Eats. It's a sort of replica of Amazon, just sort of a replica of Airtasker, but it is totally free for everyone. Any business, any restaurant can just use our portal and host their products and start selling immediately. Okay. So we have a website, we have Android app, iOS app, everything. Merchants have their own app to load their products, and customers can buy just like Uber Eats. They can buy it online, and either merchants can use their own delivery guys to deliver it, or we can offer our delivery drivers to deliver it. We absolutely charge nothing for the merchants. Zero charge. No onboarding, no listing, no transaction charges, nothing for the merchant. Totally free. Oh wow. Okay, so because मैं Uber Eats वगैरह यूज नहीं करती हूँ, तो मुझे इतना उसके बारे में मालूम नहीं है. So आप मुझे and excuse my ignorance about that. तो आप बोल रहे हैं कि वो 35% चार्ज करते हैं. तो इसका मतलब है कि जो प्रोडक्ट लोग आपके पोर्टल पे ऑर्डर करेंगे, तो वो अराउंड नॉट एग्जैक्टली 35% बट अराउंड 35% उनको सेविंग होगी. हाँ, like that is what we are looking at. 35%. So either the merchant pays the 35%, or Uber Eats jack up the prices by 35%. Okay, right. So either way 35% is going. Either way the customer is paying 35% extra. Okay. मुझे लग नहीं रहा था, मैंने कहा कि इतने लोग यूज कर रहे हैं, Uber Eats एंड Amazon यूज कर रहे हैं, तो इट मींस के कुछ सेव कर रहे होंगे. लेकिन Amazon is fine, but Uber Eats up to 35%. Not every time it's 35%. Up to 35%. ओके, तो ये जो है सर्विस, ये भी कहाँ पर अवेलेबल है? एनीवेयर इन ऑस्ट्रेलिया, और कैसे काम करेगी? So this one is potentially to be expanded across Australia, but abhi first thing we want to try out in Wyndham. अच्छा, पहले विंडम से शुरू होगा. विंडम में शुरू होगा. So we want to try, and we want to because Wyndham has got a very good diverse population, and right. Point is also the online shopping capital of Australia. So we said, okay, we'll try it first here. And we'll learn it and tweak and system को बेहतर करेंगे, then उसके बाद expand करेंगे. Okay, तो ये कब से शुरू होगा? So अभी 2 हफ्ते में अभी ready है, but we are just trying to get more merchants into the platform before we fully launch it. Okay, तो ऋषि जी, ਇਹਦੇ ਵਿੱਚ ਵੀ ਸਾਨੂੰ ਜਿਹੜੇ ਆਪਣੇ businesses ਨੇ, ਜਿਸ ਤਰ੍ਹਾਂ local grocery stores ਨੇ, है ना, ਲੋਕਲ ਰੈਸਟੋਰੈਂਟਸ ਨੇ, ਤੇ ਉਹ ਵੀ ਉਹਨਾਂ ਦੀ ਵੀ ਤੁਹਾਨੂੰ ਸਪੋਰਟ ਦੀ ਜ਼ਰੂਰਤ ਹੋਏਗੀ ਕਿ ਜੇ ਉਹ ਜਲਦੀ ਤੁਹਾਡੇ ਨਾਲ ਲਿੰਕ ਹੋ ਜਾਣ. ਜੀ, ਜਿਵੇਂ ਹੁਣ ਲੋਕਡਾਊਨ ਕਰਕੇ ਲੋਕਾਂ ਦਾ ਸ਼ਾਪਿੰਗ ਸੈਂਟਰ 'ਚ ਆਣਾ ਜਾਣਾ ਥੋੜਾ ਘਟ ਗਿਆ ਹੈ. ਹਾਂਜੀ, ਪਹਿਲੀ ਚੀਜ਼. ਦੂਸਰਾ, ਲੋਕਡਾਊਨ 'ਚ ਕਈ ਦੁਕਾਨਾਂ ਵੀ ਬੰਦ ਹੋ ਰਹੀਆਂ. ਬਿਲਕੁਲ. ਹੁਣ ਉਹ ਬਿਜ਼ਨੈਸਿਸ ਨੂੰ ਕਿਵੇਂ ਸਪੋਰਟ ਕੀਤਾ ਜਾ ਸਕਦਾ? ਹਾਂਜੀ, ਇਹ ਇੱਕ ਜ਼ਰੀਆ ਹੈ, ਇੱਕ ਮੀਨ ਹੈ ਜਿਹਦੇ ਨਾਲ ਲੋਕੀ ਘਰ ਬੈਠੇ ਆਰਡਰ ਕਰ ਸਕਦੇ ਆ ਲੋਕਲੀ. ਤੇ ਉਹਨਾਂ ਨੂੰ, ਜਿਵੇਂ ਸੈਂਥਿਲ ਨੇ ਦੱਸਿਆ, ਅਪ ਟੂ 35% ਕੰਪਨੀ ਚਾਰਜ ਕਰ ਰਹੀਆਂ, ਜਿਹੜੀਆਂ ਕਿ ਲੋਕਲ ਵੀ ਨਹੀਂ ਹੈਗੀਆਂ. ਉਹ ਪੈਸਾ ਜਾਂ ਤੇ ਕਲਾਇੰਟ ਐਕਸਟਰਾ ਦੇਗਾ, ਜਾਂ ਬਿਜ਼ਨਸ ਨੂੰ ਆਪਣਾ ਮਾਰਜਿਨ ਘਟਾਉਣਾ ਪਏਗਾ. ਬਿਲਕੁਲ. ਤੇ ਇੱਥੇ ਕਿਸੇ ਨੂੰ ਕੋਈ ਕੋਸਟ ਨਹੀਂ ਕਰ ਰਿਹਾ, ਤੇ ਫ੍ਰੀ ਸਰਵਿਸ ਇਟਸ ਅ ਵਿਨ ਵਿਨ ਸਿਚੁਏਸ਼ਨ ਸਾਰਿਆਂ ਲਈ. ਹਾਂਜੀ, ਤੇ ਇਹ ਸਭ ਤੋਂ ਵਧੀਆ ਫਾਇਦਾ ਹੈ ਇਹਦਾ. ਤੇ ਇਹਦੇ 'ਚ ਇਹ ਸਿਰਫ ਲਿਮਿਟਿਡ ਨਹੀਂ ਹੈ, ਗਰੋਸਰੀ ਸਟੋਰ ਹੋ ਗਿਆ ਜਾਂ ਰੈਸਟੋਰੈਂਟਸ ਲਈ, ਇਹਨਾਂ ਤੱਕ ਲਿਮਿਟਿਡ ਨਹੀਂ ਹੈ. ਇਹਦੇ 'ਚ ਜੇ ਤੁਸੀਂ ਕੁਝ ਵੀ ਸੇਲ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਆਪ ਨੂੰ, ਆਪਣੇ ਬਿਜ਼ਨਸ ਨੂੰ ਇਸ ਬਾਏ ਲੋਕਲ ਐਪ ਤੇ ਰਜਿਸਟਰ ਕਰ ਸਕਦੇ ਹੋ ਤੇ ਆਪਣੀ ਸਰਵਿਸਿਜ਼ ਡਿਲੀਵਰ ਕਰਵਾ ਸਕਦੇ ਹੋ. ਓਕੇ, ਕੋਈ ਵੀ ਸਰਵਿਸਿਜ਼ ਹੋਣ ਜਾਂ ਤੁਸੀਂ ਕੁਝ ਪ੍ਰੋਡਕਟ ਸੈਲ ਕਰ ਰਹੇ ਹੋ, ਜਿਸ ਤਰ੍ਹਾਂ ਲੋਕੀ ਕਈ ਘਰੋਂ ਕੁਝ ਬਣਾ ਕੇ ਉਹਨਾਂ ਨੇ ਹੋਮਮੇਡ
होममेड प्रोडक्ट्स ਹੁੰਦੀਆਂ ਹੈ ਨਾ ਤੇ ਉਹ ਵੀ yes, portal ਤੇ homemade sell businesses can sell. Okay. Farmers, very big farmers भी target कर रहे हैं. So Okay. very big farmers, they can directly sell their produce, farm produce in the Okay. thing. That then personal shopping की भी बात भी है कि कुछ लोग they are very scared to go because they have some complications. They are very worried about COVID and everything. So they can just call and say, okay, these are the things I want to buy across multiple shops. Then our personal shopper will go to all these shops and buy whatever they say. So ऐसा भी customized services भी phase by phase में implement कर रहे हैं. ओके सो द कस्टमर आपके पोर्टल पे ऑर्डर करेगा तो उसको डिलीवरी जो है वो घर पे हो जाएगी. घर पे हो जाएगी. They can also order takeaway. So the preferred way is we want the customers to go and pick up the takeaway, so that there is no delivery charges. But if they want, if some people want convenience, they want to stay at home because of safety reasons or health reasons or something, उनके लिए delivery का भी arrange कर रहे हैं. ओके तो अभी जैसे आपने कहा कि 2 वीक्स में शुरू हो रहा है ये. 2 वीक्स में. तो 2 वीक्स में तो अभी आप कितनी सर्विसेज और क्या सभी प्रोडक्ट्स जो है वो आपके पास हैं या कुछ है, लिमिटेड है? अभी we first phase में we just targeting like 10-20 restaurants, then वो slowly बढ़ा के we're expanding. So फर्स्ट में कुछ रेस्टोरेंट हो गए, कुछ एक ग्रोसरी स्टोर होगा. रेस्टोरेंट में एक इंडियन, एक वैरायटी मिक्स करके we'll target. But we are open to all ideas and suggestions to and have another thing. So it's like a win-win situation for everyone के जो रेस्टोरेंट्स हैं उनके लिए भी और कस्टमर के लिए भी. कस्टमर के लिए भी. कस्टमर gets cheaper prices. चीपर प्राइसेस एंड घर में बैठे वो ऑर्डर कर सकते हैं और वो कोविड का भी नहीं रहेगा कि बाहर जाओ तो खतरा रहता है कि कहीं पर इन्फेक्शन ना कैच कर ले. तो इट्स अ ग्रेट आइडिया एंड आई थिंक बहुत से लोग इसको जो है यूज करेंगे और बहुत सारे जो बिजनेसेस हैं वो भी चाहेंगे कि वो आपके साथ जो है ऑन बोर्ड आ जाएं ताकि उनकी भी सेल्स बढ़े. और जो बाय लोकल का आइडिया है ये भी बहुत अच्छा है कि एक तो लोकल लोगों को बहुत ज्यादा इससे फायदा होगा. तो इसके दोनों जो आपके प्रोजेक्ट्स हैं विन पास एंड बाय लोकल, इसके बारे में आप और कुछ बताना चाहें हमारे लिसनर्स को तो प्लीज आप कह सकते हैं. हाँ, so all I can say is these are all local community projects. I am a Point Cook local for more than 8 years now. And so our team is also based across Wyndham. So Tarn में कुछ Wyndham में a small team. So it's a local community project, totally not for profit, and we want to do as a social enterprise. So that means we want to use the proceeds, whatever profits we get, we want to invest back into the community. So, but if you take Winbus May, we'll be actually profits we get. We want to offer door-to-door services for elderly and single moms and disadvantaged people, disabled people. And so, buy local maybe. You can. Yeah, and buy local maybe. Once we get the service up and running, we will be using the same drivers, extra capacity, whatever we get, profits we get. We will offer free delivery or subsidized delivery of food and services for charity organizations. So somebody has 100 food packets or 100 food takeaway boxes. So if there's somebody is going to Tarn from Point Cook, they can carry the 50 boxes and deliver there as well. While they are doing the other delivery, they can do this as well in parallel. So that is the kind of model we are looking at. And so any support, first thing is buy local. For Winbus, if Tornate ke liye and Teganina ke liye, there is a very, very high demand of buses. The car parks,
how many your car parks you build, it is not the solution. A train station, we need buses. Buses के लिए PTV को data चाहिए. So if you are a business, if you want to support Winbus and if you want to help some more trials, it will really help us to advocate for permanent bus routes. Buy local में same thing. I would say, please join this solution. It is totally free, and you get free listing in your website. And we will promote Buy Local. It's a community organization, not for profit. So it's a goodwill, and all the business, all the customers can find all these local businesses in one place, right? And you can say you don't need to maintain your own online solution. It's totally free. You can list your products. Not only your products, it can be homemade products. You can be your services. You may be doing cleaning services, or you may be doing some other specific services. You can post your services there, and you can do your own personal shopping, whatever things you want to post. So it's, please utilize the services, and I definitely take pride that I'm part of Windham, and Windham has a lot of bright people with bright ideas. So I expect your support to make it more successful. Thank you. And thanks Sanji Radio for the wonderful opportunity. And thanks to all the community members on behalf of Winbus team and Buy Local team. I just want to thank Point Cook Action Group, all the members of the Windham community, and Rishi ji and Nanchi Group for the support. Great, thank you. Rishi ji, ਕਿੰਨੀ ਕੁ ਵੱਡੀ ਟੀਮ ਹੈ ਇਹਨਾਂ ਦੋਨਾਂ ਪ੍ਰੋਜੈਕਟਸ ਦੇ ਉੱਪਰ ਜਿਹੜੇ ਕੰਮ ਕਰ ਰਹੇ ਆ? ਟੀਮ ਬਹੁਤ ਛੋਟੀ ਹੈ ਜੀ, ਪਰ ਕੰਮ ਬਹੁਤ ਵੱਡੇ ਸਭ ਦੇ. ਹਾਂਜੀ, because ਹਾਂਜੀ, both of the projects are not small projects. They are actually big, and ਹਾਂਜੀ, and ਕੁਝ volunteers ਤੁਹਾਡੇ ਨਾਲ ਕੰਮ ਕਰ ਰਹੇ ਨੇ ਹੋਰ? Volunteer ਦੇਖੋ, basically first of all ਮੈਂ ਸਭ ਤੋਂ ਪਹਿਲਾਂ ਨਾਂਚੇ ਗਰੁੱਪ ਨੂੰ, ਸਚਿਨ ਨਾਂਚੇ, ਉਹਨਾਂ ਨੂੰ ਥੈਂਕ ਯੂ ਕਰਨਾ ਚਾਹੂੰਗਾ, ਕਿਉਂਕਿ ਉਹਨਾਂ ਦੀ ਸਪੋਰਟ ਤੋਂ ਬਗੈਰ ਇਹ ਫ੍ਰੀ ਸਰਵਿਸ ਪੋਸੀਬਲ ਨਹੀਂ ਸੀ ਟਾਰਨੇਟ 'ਚ, ਤੇ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੈ, ਕਿਉਂਕਿ ਇੱਕ ਟਰਾਇਲ ਹੈ. ਜਿਵੇਂ ਸੈਂਥਿਲ ਨੇ ਦੱਸਿਆ, ਟਾਰਨੇਟ, ਟ੍ਰੈਗਨੀਨਾ, ਇੱਥੇ ਬਹੁਤ ਜ਼ਿਆਦਾ ਲੋੜ ਹੈ ਅੱਜ ਦੀ ਡੇਟ ਵਿੱਚ. ਲੋਕੀ ਪਬਲਿਕ ਟਰਾਂਸਪੋਰਟ ਨਹੀਂ ਅਵੇਲ ਕਰ ਪਾ ਰਹੇ, ਪਰ ਉਹਦੇ ਲਈ ਸਟੇਸ਼ਨ ਬਣੇਗਾ, ਜਦੋਂ ਬਣੇਗਾ, ਕਾਰ ਪਾਰਕ ਇਜ਼ ਆਲਸੋ ਨੋਟ ਸੋਲੂਸ਼ਨ. ਪਰ ਤਦ ਤੱਕ ਕਿੰਨੇ ਸਾਲ ਤੱਕ ਤੁਸੀਂ ਕਿਵੇਂ ਮੈਨੇਜ ਕਰੋਗੇ? ਉਹ ਮੈਨੇਜ ਨੂੰ ਕਰਨ ਲਈ ਇਹ ਸੋਲੂਸ਼ਨ ਆਇਆ, ਤੇ ਸਾਨੂੰ ਸਾਡੇ ਜਿਹੜੇ ਵਲੰਟੀਅਰਸ ਹੈ, ਸਪਾਂਸਰਸ, ਬਿਜ਼ਨਸਿਸ, ਅਸੀਂ ਚਾਹੁੰਦੇ ਹਾਂ ਉਹ ਵੀ ਇੱਕ ਵਲੰਟੀਅਰ ਹੀ ਹੈ ਜਿਹੜੇ ਇੱਥੇ ਆ ਕੇ ਯੋਗਦਾਨ ਦੇ ਰਹੇ. ਉਸ ਤੋਂ ਇਲਾਵਾ ਸਾਡਾ ਪ੍ਰਚਾਰ ਕਰਨ ਲਈ ਕਮਿਊਨਿਟੀ ਦਾ ਕੰਮ ਹੈ. ਕਮਿਊਨਿਟੀ ਆਪਣੇ ਆਪ ਅੱਗੇ ਆਈ ਹੈ ਤੇ ਉਹ ਮੈਸੇਜ ਸਪਰੈਡ ਕਰ ਰਹੇ ਆ. ਨਵੀਂ ਸਟੇਟ ਹੀ ਜਿਨ੍ਹਾਂ ਦੇ ਰੈਜ਼ੀਡੈਂਟ ਕਮੇਟੀਜ਼ ਹੈ, ਇਹਨਾਂ ਦੀਆਂ, ਉਹਨਾਂ ਨੇ ਆਪਣੇ ਇੰਟਰਨਲ ਸਾਰੇ ਜਿਹੜੇ ਮੈਨੇਜ ਕਰਦੇ ਉਹਨਾਂ ਨੂੰ ਕਿਹਾ, ਤੇ ਅਸੀਂ ਫਿਰ ਉਹੀ ਰਿਕੁਐਸਟ ਕਰਦੇ ਹਾਂ ਕਿ ਸਰਵੇਸ ਭਰੋ. ਸਰਵੇ 'ਚ ਤੁਸੀਂ ਦੱਸੋਗੇ ਤੁਸੀਂ ਕਿੱਥੇ ਰਹਿੰਦੇ ਹੋ, ਕਿੱਥੇ ਕੀ ਲੋੜ ਹੈ, ਅਸੀਂ ਤਾਂ ਹੀ ਉਹਨੂੰ ਪੂਰਾ ਕਰ ਪਾਵਾਂਗੇ. ਤੇ ਓਵਰਆਲ ਟੀਮ ਜਿਹੜੀ ਹੈ ਵਿਨਬਸ ਦੀ, ਉਹ ਬਹੁਤ ਛੋਟੀ ਟੀਮ ਹੈ ਜਿਹੜੀ ਬਿਹਾਈਂਡ ਦਾ ਸੀਨ ਕੰਮ ਕਰਦੀ ਹੈ, ਪਰ ਜਿਹੜੇ ਪ੍ਰੋਜੈਕਟ ਹੈਗੇ ਹੈ ਉਹ ਸਾਡੇ ਵਿੰਡਮ ਵਾਈਡ ਚੱਲ ਰਹੇ ਹੈ, ਕਮਿਊਨਿਟੀ ਦੀ ਸਪੋਰਟ ਨਾਲ ਚੱਲਣਗੇ, ਤੇ ਸਪੋਰਟ ਸਾਨੂੰ ਆਨਗੋਇੰਗ ਚਾਹੀਦੀ. ਬਹੁਤ ਬਹੁਤ ਥੈਂਕਸ ਤੁਹਾਡਾ ਦੋਨਾਂ ਦਾ, ਤੁਸੀਂ ਸਾਂਝੀ ਆਵਾਜ਼ ਰੇਡੀਓ ਪਲੇਟਫਾਰਮ ਚੁਣਿਆ ਕਿ ਆ ਕੇ ਦੋਨੋਂ ਪ੍ਰੋਜੈਕਟਸ ਬਾਰੇ ਦੱਸਣ ਵਾਸਤੇ, ਇਨਫੋਰਮੇਸ਼ਨ ਦੇਣ ਲਈ, ਤੇ ਮੈਂ ਦੋਨਾਂ ਦਾ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੀ ਹਾਂ. ਤੇ ਜੇ ਅੱਗੇ ਤੋਂ ਵੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨੀ ਹੋਵੇ, ਯੂ ਆਰ ਮੋਸਟ ਵੈਲਕਮ ਟੂ ਕਮ ਐਂਡ ਆਵਰ ਪੋਰਟਲ ਐਂਡ ਯੂਜ਼ ਦ ਇਨਫੋਰਮੇਸ਼ਨ. ਥੈਂਕਸ ਅ ਲੋਟ. ਯੂਜ਼ ਦ ਪੋਰਟਲ ਟੂ ਸੈਂਡ ਇਨਫੋਰਮੇਸ਼ਨ. ਥੈਂਕ ਯੂ ਵੈਰੀ ਮਚ. ਓਕੇ, ਗੁੱਡ ਨਾਈਟ. ਗੁੱਡ ਨਾਈਟ. ਥੈਂਕਸ ਫॉर ਇਨਫੋਰਮੇਸ਼ਨ. ਹਾਂਜੀ, ਹਾਂ, ਇਹ ਸੰਜੀ ਰਿਸ਼ੀ ਪ੍ਰਭਾਕਰ ਜੀ ਐਂਡ ਸੈਂਥਿਲ ਸੁੰਦਰਮ, ਜਿਨ੍ਹਾਂ ਨੇ ਦੋ ਬਿਗ ਪ੍ਰੋਜੈਕਟਸ ਜਿਹੜੇ ਕਿ ਵਿੰਡਮ ਦੇ ਵਿੱਚ ਚੱਲ ਰਹੇ ਨੇ, ਇੱਕ ਬਾਈ ਲੋਕਲ ਤੇ ਦੂਸਰਾ ਵਿਨਬਸ, ਦੋਨੇ ਹੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵੱਲੋਂ ਚਲਾਏ ਜਾ ਰਹੇ ਨੇ, ਔਰ ਵੋਲੰਟੀਅਰਸ ਦੀ ਵੀ ਉਹਨਾਂ ਨੂੰ ਲੋੜ ਹੈ, ਐਂਡ ਵੋਲੰਟੀਅਰਸ ਨਾਲੋਂ ਜ਼ਿਆਦਾ ਸਪਾਂਸਰਸ ਤੇ ਕਮਿਊਨਿਟੀ ਦੀ ਸਪੋਰਟ, ਇਹ ਦੋਨੇ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਜਦੋਂ ਵੀ ਕੋਈ ਵੀ ਕਮਿਊਨਿਟੀ ਦਾ ਕੰਮ ਹੁੰਦਾ ਹੈ. ਸੋ ਵੱਧ ਚੜ੍ਹ ਕੇ ਤੁਸੀਂ ਸਾਰੇ ਹਿੱਸਾ ਪਾਓ, ਔਰ ਜਿਹੜਾ ਉਹਨਾਂ ਨੇ ਸਰਵੇ ਕਿਹਾ ਉਹ ਸਰਵੇ ਜਿਹੜਾ ਜਾ ਕੇ ਤੇ ਜ਼ਰੂਰ ਉਹਨੂੰ ਚੈੱਕ ਕਰ ਲਓ. ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਾਂਗੀ, ਤੇ ਉਹ ਸਰਵੇ ਜ਼ਰੂਰ ਫਿਲ ਇਨ ਕਰਕੇ ਤੇ ਉਹਨਾਂ ਨੂੰ ਭੇਜੋ, ਤਾਂ ਕਿ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ
ਉਹਨਾਂ ਨੂੰ ਚਾਹੀਦੀ ਹੈ ਉਹ ਉਹਨਾਂ ਨੂੰ ਮਿਲ ਸਕੇ। ਤੇ ਮੈਂ ਹੁਣ ਤੁਹਾਡੇ ਕੋਲੋਂ ਚਾਹਾਂਗੀ ਇਜਾਜ਼ਤ, ਤੇ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖੋ, ਸਟੇ ਹੋਮ, ਸਟੇ ਸੇਫ, ਤੇ ਬਿਨਾਂ ਮਤਲਬ ਤੋਂ ਘਰੋਂ ਬਾਹਰ ਨਹੀਂ ਜਾਣਾ, ਸਿਰਫ ਅਸੈਂਸ਼ੀਅਲਸ ਵਾਸਤੇ ਜਾਣਾ ਹੈ। ਤੇ ਕੱਲ ਮੈਂ ਤੁਹਾਡੇ ਨਾਲ ਫਿਰ ਸਾਂਝ ਪਾਉਣੀ ਹੈ ਦੁਪਹਿਰੇ ਪ੍ਰੋਗਰਾਮ ਚਿੱਠੀਆਂ ਸੁਨੇਹੇ ਦੇ ਵਿੱਚ। ਜਿਨ੍ਹਾਂ ਨੇ ਚਿੱਠੀਆਂ ਨਹੀਂ ਲਿਖੀਆਂ ਉਹ ਪਲੀਜ਼ ਚਿੱਠੀਆਂ ਜਲਦੀ ਤੋਂ ਜਲਦੀ ਲਿਖ ਦਿਓ, ਤਾਂ ਕਿ ਮੈਂ ਤੁਹਾਡੀਆਂ ਚਿੱਠੀਆਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਸਕਾਂ। ਤੇ ਤੁਹਾਡੇ ਜਿਹੜੇ ਇੱਥੇ ਅੱਛਾ ਬਹੁਤ ਜ਼ਿਆਦਾ ਜਿਹੜੇ ਕਮੈਂਟਸ ਨਹੀਂ ਆਏ ਹੋਏ, ਇਸ ਕਰਕੇ ਮੈਂ ਜਿੰਨੇ ਕੁ ਕਮੈਂਟਸ ਹੈਗੇ ਉਹ ਪੜ੍ਹ ਦਿੰਦੀ ਹਾਂ, ਬਿਕੋਜ਼ ਜਸਟ ਗਿਣਤੀ ਦੇ ਕਮੈਂਟਸ ਨੇ। ਗੁਰੀ ਬਾਜਵਾ ਜੀ ਸਤਿ ਸ਼੍ਰੀ ਅਕਾਲ, ਐਂਡ ਸੁਰਿੰਦਰਪ੍ਰੀਤ ਗਾਲੀਆ ਜੀ ਗੁੱਡ ਜੌਬ, ਥੈਂਕ ਯੂ ਵੈਰੀ ਮਚ ਜੀ, ਐਂਡ ਜੈਸਨ ਮਸੂਦ, ਰਿਸ਼ੀ ਪ੍ਰਭਾਕਰ ਗ੍ਰੇਟ ਇਨੀਸ਼ੀਏਟਿਵਸ, ਥੈਂਕ ਯੂ ਜੈਸਨ। ਐਂਡ ਸੁਰਿੰਦਰਪ੍ਰੀਤ ਗਾਨੀਆ ਜੀ ਕਹਿੰਦੇ ਸ਼ਮਾ ਪੰਗੂ ਜੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪ੍ਰੀਤ ਗਨੀਆ ਇੱਕ ਗਜ਼ਲ ਦਾ ਸ਼ਾਇਰ ਹਾਂ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੀਤ ਪ੍ਰਧਾਨ ਹਾਂ। ਮੈਂ ਆਪ ਜੀ ਦੇ ਰੇਡੀਓ ਤੇ ਬਤੌਰ ਸ਼ਾਇਰ ਆਪਣੀ ਹਾਜ਼ਰੀ ਲਾਉਣੀ ਚਾਹੁੰਦਾ ਹਾਂ। ਕਿਰਪਾ ਕਰਕੇ ਆਪਣਾ WhatsApp ਨੰਬਰ ਭੇਜਣਾ। ਮੇਰਾ WhatsApp ਨੰਬਰ, ਥੈਂਕ ਯੂ ਵੈਰੀ ਮਚ ਸੁਰਿੰਦਰਪ੍ਰੀਤ ਜੀ, ਮੈਂ ਜ਼ਰੂਰ ਤੁਹਾਨੂੰ ਆਪਣਾ ਨੰਬਰ ਭੇਜਾਂਗੀ ਤੇ ਤੁਸੀਂ ਜ਼ਰੂਰ ਸਾਡੇ ਰੇਡੀਓ ਤੇ ਆ ਕੇ ਤੇ ਆਪਣੀ ਹਾਜ਼ਰੀ ਕੀ, ਤੁਸੀਂ ਆਪਣੇ ਸ਼ੇਅਰ ਬੋਲਿਓ, ਆਪਣੀਆਂ ਕਵਿਤਾਵਾਂ ਸੁਣਾਇਓ ਤੇ ਆਪਣੇ ਬਾਰੇ ਸਾਡੇ ਰੇਡੀਓ ਤੋਂ ਸਾਂਝ ਪਾਇਓ। ਤੇ ਮਾਈ ਖੰਨਾ ਜੀ ਥੈਂਕ ਯੂ ਫॉर ਫੀਡਬੈਕ, ਐਂਡ ਸਨੀ ਦੁੱਗਲ ਜੀ ਰਿਸ਼ੀ ਪ੍ਰਭਾਕਰ ਨੂੰ ਵੈਲ ਡਨ ਕਰੇ, ਥੈਂਕ ਯੂ ਵੈਰੀ ਮਚ ਐਂਡ ਗੁੱਡ ਨਾਈਟ ਫਰੋਮ ਮੀ, ਐਂਡ ਯੂ ਕੀਪ ਲਿਸਨਿੰਗ ਟੂ ਸਾਂਝੀਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।